ਹੈਲੋ ਸਟੂਡੈਂਟਸ, ਇਨ ਦ ਪ੍ਰੀਵੀਅਸ ਵੀਡੀਓ ਬੇਟਾ ਅਸੀਂ ਕੱਲ੍ਹ ਦੇ ਲੈਕਚਰ ਦੇ ਵਿੱਚ ਕੈਮੀਕਲ ਪ੍ਰੋਪਰਟੀਜ਼ ਆਫ ਫਿਨੋਲਸ ਨੂੰ ਸਟਾਰਟ ਕੀਤਾ ਹੈ। ਕੈਮੀਕਲ ਪ੍ਰੋਪਰਟੀਜ਼ ਆਫ ਫਿਨੋਲ ਦੀ ਬੇਟਾ ਅਗਰ ਅਸੀਂ ਗੱਲ ਕਰੀਏ ਤੇ ਸਾਡੇ ਕੋਲ ਤਿੰਨ ਤਰ੍ਹਾਂ ਦੇ ਕੈਮੀਕਲ ਰਿਐਕਸ਼ਨਸ ਹੈਗੇ ਨੇ ਇਹਦੇ ਵਿੱਚ। ਫਸਟ ਰਿਐਕਸ਼ਨ ਹੈ ਸਾਡੇ ਕੋਲ ਰਿਐਕਸ਼ਨ ਆਫ ਫਿਨੋਲਿਕ ਗਰੁੱਪ। ਫਿਨੋਲਿਕ ਗਰੁੱਪ ਦੇ ਵਿੱਚ ਸਾਡੇ ਕੋਲ OH ਗਰੁੱਪ ਦੀ ਗੱਲ ਕਰਦੇ ਹਾਂ ਅਸੀਂ। ਸੈਕੰਡ ਰਿਐਕਸ਼ਨ ਹੈ ਬੇਟਾ ਸਾਡੇ ਕੋਲ ਰਿਐਕਸ਼ਨ ਆਫ ਬੈਂਜ਼ੀਨ ਰਿੰਗ ਐਂਡ ਥਰਡ ਰਿਐਕਸ਼ਨ ਹੈ ਸਾਡੇ ਕੋਲ ਸਪੈਸ਼ਲ ਰਿਐਕਸ਼ਨਸ ਆਫ ਦ ਫਿਨੋਲ। ਕੱਲ ਬੇਟਾ ਅਸੀਂ ਲੈਕਚਰ ਦੇ ਵਿੱਚ ਜਦੋਂ ਪੜ੍ਹਿਆ ਸੀਗਾ ਇਸ ਟੌਪਿਕ ਨੂੰ, ਉਹਦੇ ਵਿੱਚ ਅਸੀਂ ਫਸਟ ਸਟਾਰਟ ਕੀਤਾ ਸੀਗਾ ਰਿਐਕਸ਼ਨਸ ਆਫ ਫਿਨੋਲਿਕ ਗਰੁੱਪ, ਜਿਹਦੇ ਅੰਦਰ ਅਸੀਂ ਐਸਿਡਿਕ ਕਰੈਕਟਰ ਆਫ ਫਿਨੋਲ ਡਿਸਕਸ ਕੀਤਾ ਸੀਗਾ। ਫਿਨੋਲ ਬੇਟਾ ਐਸਿਡਿਕ ਨੇਚਰ ਸ਼ੋ ਕਰਦਾ ਕਿਉਂਕਿ OH ਬੌਂਡ ਜਦੋਂ ਬ੍ਰੇਕ ਕਰਦਾ ਤੇ H ਦੇ ਉੱਪਰ ਕਿਹੜਾ ਚਾਰਜ ਆ ਜਾਂਦਾ? ਪੋਜ਼ਿਟਿਵ ਚਾਰਜ ਆ ਜਾਂਦਾ, ਜਿਹੜਾ ਕਿਹਨੂੰ ਰਿਪਰੈਜ਼ੈਂਟ ਕਰਦਾ ਵਾ? ਪ੍ਰੋਟੋਨ ਨੂੰ। ਠੀਕ ਹੈ, ਸੋ ਔਰ ਪਿੱਛੇ ਕੀ ਬਚ ਜਾਂਦਾ ਸਾਡੇ ਕੋਲ? ਫਿਨੋਕਸਾਈਡ ਆਇਨ ਬਚ ਜਾਂਦਾ। ਇਹ ਅਸੀਂ ਕੱਲ ਦੀ ਜ਼ੂਮ ਮੀਟਿੰਗ ਦੇ ਥਰੂ ਲੈਕਚਰ ਦੇ ਵਿੱਚ ਚੰਗੀ ਤਰ੍ਹਾਂ ਸਮਝਿਆ ਸੀਗਾ। ਔਰ ਇਸ ਟੌਪਿਕ ਦੇ ਵਿੱਚ ਸਾਡੇ ਕੋਲ 3 ਰੀਜ਼ਨਿੰਗ ਕੁਐਸਚਨਸ ਮੇਨ ਨਿਕਲ ਕੇ ਆਏ ਸੀਗੇ। ਵਾਈ ਫਿਨੋਲਸ ਆਰ ਮੋਰ ਐਸਿਡਿਕ ਦੈਨ ਐਲਕੋਹਲ? ਇਹਦਾ ਆਨਸਰ ਸੀਗਾ ਬੇਟਾ ਫਿਨੋਲਸ ਦੇ ਕੋਲ ਰੈਜ਼ੋਨੈਂਸ ਹੁੰਦੀ ਹੈ। ਉਸ ਤੋਂ ਬਾਅਦ ਬੇਟਾ ਅਸੀਂ ਪੜ੍ਹਿਆ ਸੀਗਾ ਫਿਨੋਕਸਾਈਡ ਆਇਨ ਇਜ਼ ਮੋਰ ਰੈਜ਼ੋਨੈਂਸ ਸਟੇਬਲਾਈਜ਼ਡ ਦੈਨ ਦ ਫਿਨੋਲ, ਐਂਡ ਦੈਨ ਅਸੀਂ ਰੀਡ ਕੀਤਾ ਸੀ ਫਿਨੋਕਸਾਈਡ ਆਇਨ ਇਜ਼ ਮੋਰ ਰੈਜ਼ੋਨੈਂਸ ਸਟੇਬਲਾਈਜ਼ਡ ਦੈਨ ਦ ਐਲਕੋਕਸਾਈਡ ਆਇਨ। ਠੀਕ ਹੈ, ਇੱਥੇ ਐਲਕੋਹਲ ਨਹੀਂ ਆਏਗਾ, ਇੱਥੇ ਕੀ ਆਏਗਾ? ਐਲਕੋਕਸਾਈਡ ਆਇਨ। ਔਰ ਇਹ ਤਿੰਨੋਂ ਕੁਐਸਚਨ ਦੇ ਆਨਸਰ ਅਸੀਂ ਕੱਲ੍ਹ ਦੇ ਲੈਕਚਰ ਦੇ ਵਿੱਚ ਡਿਸਕਸ ਕੀਤੇ ਸੀਗੇ। ਅਗਰ ਕਿਸੇ ਬੱਚੇ ਨੂੰ ਕੋਈ ਪ੍ਰੋਬਲਮ ਹੋਏਗੀ ਤਾਂ ਉਹ ਮੈਨੂੰ ਪੁੱਛ ਲੈਣਾ ਸੈਪਰੇਟਲੀ। In today's video, today we will discuss about the effect of the substituent on the acidic character of the ਫਿਨੋਲ। ਕਿ ਅਗਰ ਫਿਨੋਲ ਦੇ ਨਾਂ ਵਿੱਚ ਕੋਈ ਸਾਡੇ ਕੋਲ ਸਬਸਟੀਟੂਐਂਟ ਲੱਗਾ ਹੋਏਗਾ, ਚਾਹੇ ਉਹ ਇਲੈਕਟ੍ਰੋਨ ਵਿਡਰੋਇੰਗ ਗਰੁੱਪ ਲੱਗਾ ਹੋਏ ਜਾਂ ਫਿਰ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਲੱਗਾ ਹੋਏ, ਤਾਂ ਉਸ ਟਾਈਮ ਤੇ ਫਿਨੋਲ ਕਿਸ ਤਰ੍ਹਾਂ ਦੇ ਨਾਲ ਐਕਟ ਕਰੇਗਾ? ਐਸਿਡਿਕ ਨੇਚਰ ਸ਼ੋ ਕਰੇਗਾ ਜਾਂ ਫਿਰ ਨਹੀਂ ਕਰੇਗਾ। ਸੋ ਫਸਟ ਕੇਸ ਹੈ ਸਾਡੇ ਕੋਲ ਇਲੈਕਟ੍ਰੋਨ ਵਿਡਰੋਇੰਗ ਗਰੁੱਪ। ਜਿਸ ਤਰ੍ਹਾਂ ਕਿ ਇਹਦੇ ਨਾਮ ਤੋਂ ਹੀ ਕਲੀਅਰ ਹੈ, ਇਲੈਕਟ੍ਰੋਨ ਨੂੰ ਵਿਡਰੋ ਕਰਨ ਵਾਲਾ ਗਰੁੱਪ ਅਗਰ ਸਾਡੇ ਕੋਲ ਫਿਨੋਲ ਦੇ ਨਾਲ ਲੱਗਾ ਹੋਏਗਾ ਤੇ ਉਸ ਟਾਈਮ ਤੇ ਫਿਨੋਲ ਜਿਹੜਾ ਹੈਗਾ ਸਾਡੇ ਕੋਲ ਉਹ ਐਸਿਡਿਕ ਨੇਚਰ ਸ਼ੋ ਕਰੇਗਾ ਜਾਂ ਫਿਰ ਨਹੀਂ। ਸੋ ਦੇਖੋ, ਇਲੈਕਟ੍ਰੋਨ ਵਿਡਰੋ ਦਾ ਮਤਲਬ ਹੈ ਕਿ ਇਲੈਕਟ੍ਰੋਨ ਨੂੰ ਆਪਣੇ ਵੱਲ ਖਿੱਚਣ ਵਾਲਾ। ਸੋ ਅਗਰ ਤੇ ਇਲੈਕਟ੍ਰੋਨ ਵਿਡਰੋਇੰਗ ਗਰੁੱਪ ਲੱਗਾ ਹੋਏਗਾ ਫਿਨੋਲ ਗਰੁੱਪ ਦੇ ਕੰਪਾਊਂਡ ਦੇ ਨਾਲ, ਤੇ ਇਟ ਮੀਨਸ ਉਹ ਕਿਹੜੀ ਨੇਚਰ ਸ਼ੋ ਕਰੇਗਾ? ਕੰਪਾਊਂਡ ਐਸਿਡਿਕ ਸਟਰੈਂਥ ਨੂੰ ਸ਼ੋ ਕਰੇਗਾ। ਕਿਉਂ? ਦੇਖੋ, ਇਲੈਕਟ੍ਰੋਨ ਵਿਡਰੋ ਕਰੇਗਾ ਨਾਈਟ੍ਰੋਜਨ, ਔਰ ਨਾਈਟ੍ਰੋਜਨ ਪਿੱਛੇ ਕਿੱਥੋਂ ਇਲੈਕਟ੍ਰੋਨ ਲੈ ਰਹੀ ਹੈ? ਬੈਂਜ਼ੀਨ ਰਿੰਗ ਤੋਂ। ਬੈਂਜ਼ੀਨ ਰਿੰਗ ਕਿਹਦੇ ਨਾਲ ਅਟੈਚਡ ਹੈ? ਆਕਸੀਜਨ ਔਰ ਹਾਈਡਰੋਜਨ ਦੇ ਨਾਲ। ਠੀਕ ਹੈ, ਸੋ ਕੱਲ ਆਪਾਂ ਰੈਜ਼ੋਨੇਟਿੰਗ ਸਟਰਕਚਰਸ ਵੀ ਪੜ੍ਹੀਆਂ ਸੀਗੀਆਂ। ਜਦੋਂ ਫਿਨੋਲ ਦੀ ਰੈਜ਼ੋਨੇਟਿੰਗ ਸਟਰਕਚਰਸ ਬਣਾਉਂਦੇ ਹੈ ਤੇ ਇਹ ਵਾਲੀ ਆਕਸੀਜਨ ਆਪਣੇ ਇਲੈਕਟ੍ਰੋਨ ਕਿਹਨੂੰ ਦਿੰਦੀ ਹੈ? ਇਸ sp2 ਹਾਈਬ੍ਰਿਡਾਈਜ਼ਡ ਕਾਰਬਨ ਨੂੰ, ਜਿਹਦੀ ਫਰਦਰ ਅੱਗੇ ਕੀ ਹੁੰਦੀ ਜਾਂਦੀ ਹੈ? ਰੈਜ਼ੋਨੈਂਸ ਹੁੰਦੀ ਜਾਂਦੀ ਹੈ। ਸੋ ਅਗਰ ਤੇ ਇਲੈਕਟ੍ਰੋਨ ਵਿਡਰੋਇੰਗ ਸਬਸਟੀਟੂਐਂਟ ਲੱਗਾ ਹੋਏਗਾ ਫਿਨੋਲ ਦੇ ਨਾਲ, ਉਸ ਟਾਈਮ ਤੇ ਕੀ ਹੋਏਗਾ? ਸਾਡੇ ਕੋਲ ਜਿਹੜਾ ਸਾਡਾ ਫਿਨੋਲ ਹੋਏਗਾ ਉਹ ਕਿਹੜੀ ਨੇਚਰ ਸ਼ੋ ਕਰੇਗਾ? ਐਸਿਡਿਕ ਸਟਰੈਂਥ ਨੂੰ ਸ਼ੋ ਕਰੇਗਾ। ਦੇਖੋ, ਇਲੈਕਟ੍ਰੋਨ ਵਿਡਰੋਇੰਗ ਗਰੁੱਪ ਵਿਡਰੋਜ਼ ਦਾ ਇਲੈਕਟ੍ਰੋਨ, ਉਹਨੇ ਆਪਣੇ ਵਾਲੇ ਇਲੈਕਟ੍ਰੋਨ ਵਿਡਰੋ ਕਰ ਲੈਣੇ ਹੈ, ਜਿਹਦੇ ਕਰਕੇ ਜਿਹੜਾ ਨੈਗੇਟਿਵ ਚਾਰਜ ਹੈ ਉਹ ਪੂਰੀ ਬੈਂਜ਼ੀਨ ਰਿੰਗ ਦੇ ਉੱਪਰ ਕੀ ਕਰਨਾ? ਫੈਲ ਜਾਣਾ ਵਾ। ਇਸ ਕਰਕੇ ਉਹਨੇ ਕਿਹਨੂੰ ਸਟੇਬਲਾਈਜ਼ਡ ਕਰਨਾ ਵਾ? ਫਿਨੋਕਸਾਈਡ ਆਇਨ ਨੂੰ। ਔਰ ਜਦੋਂ ਆਪਣੇ ਵਾਲੇ ਇਲੈਕਟ੍ਰੋਨ ਵਿਡਰੋ ਕਰ ਲੇਗਾ, ਇਟ ਮੀਨਸ OH ਬੌਂਡ ਈਜ਼ੀਲੀ ਬ੍ਰੇਕ ਹੋ ਜਾਏਗਾ। ਜਦੋਂ OH ਬੌਂਡ ਬ੍ਰੇਕ ਹੋ ਜਾਏਗਾ ਤੇ ਉੱਪਰ ਕੀ ਚਾਰਜ ਆ ਜਾਏਗਾ? O ਨੈਗੇਟਿਵ ਆ ਜਾਏਗਾ। ਠੀਕ ਹੈ, ਸੋ ਐਸਿਡਿਕ ਸਟਰੈਂਥ ਕੀ ਕਰੇਗੀ? ਇਲੈਕਟ੍ਰੋਨ ਵਿਡਰੋਇੰਗ ਗਰੁੱਪ ਦੇ ਨਾਲ ਵਧੇਗੀ। ਬਟ ਅਗਰ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਲੱਗਾ ਹੋਏ ਫਿਨੋਲ ਦੇ ਨਾਲ, ਫਿਰ ਅਗਰ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਲੱਗਾ ਹੋਏਗਾ ਇਲੈਕਟ੍ਰੋਨ ਨੂੰ ਡੋਨੇਟ ਕਰਨ ਵਾਲਾ, ਫਿਰ ਕੀ ਕਰੇਗਾ? ਇਹ ਵਾਲੇ ਇਲੈਕਟ੍ਰੋਨ ਇੱਥੇ ਮੂਵ ਕਰਨਗੇ, ਇਹ ਵਾਲਾ ਇਲੈਕਟ੍ਰੋਨ ਇੱਥੇ ਮੂਵ ਕਰੇਗਾ। ਜਿਹੜਾ ਨੈਗੇਟਿਵ ਚਾਰਜ ਹੈ ਕੈਨ ਨੋਟ ਕਮ ਹੇਅਰ, ਉਹ ਇੱਥੇ ਆਏਗਾ ਹੀ ਨਹੀਂ। ਔਰ ਜਿਹੜਾ OH ਬੌਂਡ ਹੈ ਉਹ ਫਿਰ ਈਜ਼ੀਲੀ ਬ੍ਰੇਕ ਹੋਏਗਾ ਹੀ ਨਹੀਂ। ਜਦੋਂ OH ਬੌਂਡ ਬੇਟਾ ਬ੍ਰੇਕ ਨਹੀਂ ਹੋਏਗਾ ਤੇ ਇਟ ਮੀਨਸ H+ ਰਿਲੀਜ਼ ਨਹੀਂ ਹੋਏਗਾ ਸਾਡੇ ਕੋਲ। ਔਰ ਅਗਰ H+ ਰਿਲੀਜ਼ ਨਹੀਂ ਹੋਏਗਾ ਤੇ ਉਹ ਐਸਿਡਿਕ ਸਟਰੈਂਥ ਨੂੰ ਕੀ ਕਰੇਗਾ? ਘਟਾ ਦੇਗਾ। ਇਸ ਕਰਕੇ ਜਦੋਂ ਵੀ ਇਲੈਕਟ੍ਰੋਨ ਡੋਨੇਟਿੰਗ ਗਰੁੱਪ, ਹੁਣ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਕਿਹੜੇ ਕਿਹੜੇ ਹੈਗੇ ਨੇ? ਅਲਕਾਈਲ ਗਰੁੱਪ ਹੈਗਾ ਸਾਡੇ ਕੋਲ, NH2 ਗਰੁੱਪ ਹੈਗਾ, ਐਲਕੋਕਸਾਈਡ ਗਰੁੱਪ ਹੈ। ਜਦੋਂ ਇਹ ਵਾਲੇ ਗਰੁੱਪ ਲੱਗੇ ਹੋਣਗੇ ਫਿਨੋਲ ਕੰਪਾਊਂਡ ਦੇ ਨਾਲ, ਤੇ ਫਿਰ ਉਸ ਟਾਈਮ ਤੇ ਉਹਦੀ ਐਸਿਡਿਕ ਸਟਰੈਂਥ ਕੀ ਕਰੇਗੀ? ਡਿਕਰੀਜ਼ ਹੋਏਗੀ। ਬਟ ਜਦੋਂ ਇਲੈਕਟ੍ਰੋਨ ਵਿਡਰੋਇੰਗ ਗਰੁੱਪ ਜਿਸ ਤਰ੍ਹਾਂ ਕਿ NO2CN ਗਰੁੱਪ ਲੱਗਾ ਹੋਏਗਾ ਫਿਨੋਲ ਦੇ ਨਾਲ, ਤੇ ਉਸ ਟਾਈਮ ਤੇ ਉਹਦੀ ਐਸਿਡਿਕ ਸਟਰੈਂਥ ਕੀ ਕਰੇਗੀ? ਇੰਕਰੀਜ਼ ਹੋਏਗੀ। ਠੀਕ ਹੈ, ਇਸ ਚੀਜ਼ਾਂ ਨੂੰ ਯਾਦ ਰੱਖਣਾ ਤੁਸੀਂ। ਰਿਐਕਸ਼ਨ ਆਫ ਫਿਨੋਲਿਕ ਗਰੁੱਪ ਤੋਂ ਬਾਅਦ ਬੇਟਾ ਸਾਡੇ ਕੋਲ ਰਿਐਕਸ਼ਨ ਆਫ ਫਿਨੋਲਿਕ ਗਰੁੱਪ ਦੇ ਵਿੱਚ ਫਸਟ ਅਸੀਂ ਐਸਿਡਿਕ ਕਰੈਕਟਰ ਪੜ੍ਹ ਲਿਆ, ਉਹਦਾ ਇਫੈਕਟ ਆਫ ਸਬਸਟੀਟੂਐਂਟ ਔਨ ਐਸਿਡਿਕ ਕਰੈਕਟਰ, ਮਤਲਬ ਇਲੈਕਟ੍ਰੋਨ ਵਿਡਰੋਇੰਗ ਗਰੁੱਪ ਜਾਂ ਇਲੈਕਟ੍ਰੋਨ ਡੋਨੇਟਿੰਗ ਗਰੁੱਪ ਦਾ ਕੀ ਇਫੈਕਟ ਹੈ। ਉਸ ਤੋਂ ਬਾਅਦ ਹੁਣ ਸਾਡੇ ਕੋਲ ਸੈਕਿੰਡ ਰਿਐਕਸ਼ਨ ਹੈਗਾ
ਰਿਐਕਸ਼ਨ ਆਫ ਫਿਨੋਲਿਕ ਗਰੁੱਪ ਦੇ ਅੰਦਰ ਹੀ ਰਿਐਕਸ਼ਨ ਵਿਦ ਜ਼ਿੰਕ ਡਸਟ, ਜਦੋਂ ਵੀ ਅਸੀਂ ਫਿਨੋਲ ਨੂੰ ਜ਼ਿੰਕ ਦੇ ਨਾਲ ਰਿਐਕਟ ਕਰਵਾਉਣਾ ਤੇ ਦੇਖੋ ਜ਼ਿੰਕ ਆਕਸਾਈਡ ਬਾਹਰ ਨਿਕਲ ਜਾਣਾ, ਮਤਲਬ ਇੱਥੇ ਵੀ OH ਬੌਂਡ ਬ੍ਰੇਕ ਹੋਏਗਾ, ਪਿੱਛੇ ਬੈਂਜ਼ੀਨ ਰਿੰਗ ਬਚ ਜਾਏਗੀ ਔਰ ਜ਼ਿੰਕ ਆਕਸਾਈਡ ਮਿਲੇਗਾ ਸਾਨੂੰ, ਠੀਕ ਹੈ। ਅਗਰ ਅਸੀਂ ਅਮੋਨੀਆ ਦੇ ਨਾਲ ਫਿਨੋਲ ਨੂੰ ਰਿਐਕਟ ਕਰਵਾ ਰਹੇ ਹਾਂ ਇਨ ਦ ਪ੍ਰੈਜ਼ੈਂਸ ਆਫ ਦ ਐਨਹਾਈਡਰਸ ਜ਼ਿੰਕ ਕਲੋਰਾਈਡ, ਫਿਰ ਸਾਨੂੰ ਐਨਿਲੀਨ ਮਿਲੇਗਾ ਔਰ ਵਾਟਰ ਮੋਲੀਕਿਊਲ ਕੀ ਹੋ ਜਾਏਗਾ, ਰਿਲੀਜ਼ ਹੋ ਜਾਏਗਾ। ਨੈਕਸਟ ਰਿਐਕਸ਼ਨ ਹੈ ਸਾਡੇ ਕੋਲ ਐਕਸ਼ਨ ਵਿਦ ਐਸਿਡ ਕਲੋਰਾਈਡ। ਐਸਿਡ ਕਲੋਰਾਈਡ ਦਾ ਫਾਰਮੂਲਾ ਹੁੰਦਾ ਸਾਡੇ ਕੋਲ CH3COCl ਔਰ ਐਸਿਡ ਐਨਹਾਈਡਰਾਈਡ ਦਾ ਫਾਰਮੂਲਾ ਹੈ ਸਾਡੇ ਕੋਲ CH3CHOO CH3CHO, ਠੀਕ ਹੈ। ਸੋ ਅਗਰ ਤੇ ਐਸੀਟਾਈਲ ਕਲੋਰਾਈਡ ਰਿਐਕਟ ਕਰਦਾ ਪਿਆ ਫਿਨੋਲ ਦੇ ਨਾਲ, ਉਸ ਟਾਈਮ ਤੇ ਸਾਡੇ ਕੋਲ ਕੀ ਬਣੇਗਾ, HCl ਇਧਰੋਂ ਰਿਲੀਜ਼ ਹੋ ਜਾਏਗਾ ਔਰ ਪ੍ਰੋਡਕਟ ਕੀ ਬਣੇਗਾ ਸਾਡੇ ਕੋਲ, ਫਿਨਾਈਲ ਐਸੀਟੇਟ ਆਏਗਾ। ਜਦੋਂ ਫਿਨੋਲ ਨੂੰ ਬੇਟਾ ਅਸੀਂ ਰਿਐਕਟ ਕਰਵਾਉਣਾ ਐਸੀਟਾਈਲ ਕਲੋਰਾਈਡ ਦੇ ਨਾਲ ਇਨ ਦ ਪ੍ਰੈਜ਼ੈਂਸ ਆਫ ਦ ਪਿਰੀਡੀਨ, ਉਸ ਟਾਈਮ ਤੇ ਸਾਡੇ ਕੋਲ ਫਿਨਾਈਲ ਐਸੀਟੇਟ ਬਣੇਗਾ ਔਰ HCl ਰਿਲੀਜ਼ ਹੋਏਗਾ। ਜਦੋਂ ਅਸੀਂ ਫਿਨੋਲ ਨੂੰ ਰਿਐਕਟ ਕਰਵਾਉਣਾ ਐਸੀਟਿਕ ਐਨਹਾਈਡਰਾਈਡ ਦੇ ਨਾਲ ਇਨ ਦ ਪ੍ਰੈਜ਼ੈਂਸ ਆਫ ਦ ਐਸਿਡ, ਉਸ ਟਾਈਮ ਤੇ ਫਿਨਾਈਲ ਐਸੀਟੇਟ ਤੇ ਬਣੇਗਾ ਹੀ, ਬਟ ਨਾਲ ਕੀ ਰਿਲੀਜ਼ ਹੋਏਗਾ, ਐਸੀਟਿਕ ਐਸਿਡ ਰਿਲੀਜ਼ ਹੋਏਗਾ, ਠੀਕ ਹੈ। ਹੁਣ ਫਿਨਾਈਲ ਬੇਸ ਜਿਹੜਾ ਹੈਗਾ ਉਹ ਰਿਮੂਵ ਕਰਦਾ HCl ਨੂੰ ਔਰ ਇਹ ਜਿਹੜਾ ਹੈ ਆਲਸੋ ਸ਼ਿਫਟ ਕਰਦਾ ਇਕੁਇਲਿਬਰੀਅਮ ਨੂੰ ਟੂ ਦ ਰਾਈਟ ਹੈਂਡ ਸਾਈਡ। ਹੁਣ ਜਦੋਂ ਵੀ ਅਸੀਂ ਇੰਟਰੋਡਕਸ਼ਨ ਕਰਵਾਉਣੀ ਪਈ ਦੋਨੋਂ ਕੇਸਿਸ ਦੇ ਵਿੱਚ CH3CO ਜਿਹੜਾ ਗਰੁੱਪ ਹੈਗਾ ਉਹ ਐਡ ਹੋ ਰਿਹਾ ਫਿਨੋਲ ਦੇ ਵਿੱਚ, ਇਸ ਕਰਕੇ ਇਹਨਾਂ ਰਿਐਕਸ਼ਨਸ ਨੂੰ ਅਸੀਂ ਐਸੀਟਾਈਲੇਸ਼ਨ ਰਿਐਕਸ਼ਨਸ ਵੀ ਕਹਿ ਦਿੰਦੇ ਹਾਂ, ਓਕੇ। ਨੈਕਸਟ ਹੈ ਸਾਡੇ ਕੋਲ ਐਸੀਟਾਈਲੇਸ਼ਨ ਆਫ ਦ ਸੈਲੀਸਿਲਿਕ ਐਸਿਡ। ਜਦੋਂ ਅਸੀਂ ਸੈਲੀਸਿਲਿਕ ਐਸਿਡ ਦਾ ਫਾਰਮੂਲਾ ਹੁੰਦਾ ਬੈਂਜ਼ੀਨ ਰਿੰਗ ਦੇ ਉੱਪਰ COOH ਔਰ OH ਲੱਗਾ ਹੁੰਦਾ ਸਾਡੇ ਕੋਲ। ਸੈਲੀਸਿਲਿਕ ਐਸਿਡ ਨੂੰ ਜਦੋਂ ਅਸੀਂ ਐਸੀਟਿਕ ਐਨਹਾਈਡਰਾਈਡ ਦੇ ਨਾਲ ਰਿਐਕਟ ਕਰਵਾਉਂਦੇ ਹਾਂ, ਮਤਲਬ ਉਹਦੇ ਵਿੱਚ ਕਿਹੜਾ ਗਰੁੱਪ ਅਸੀਂ ਐਡ ਕਰਵਾਉਣਾ ਹੈ, ਐਸੀਟਾਈਲ ਗਰੁੱਪ CH3CO ਗਰੁੱਪ ਐਡ ਕਰਵਾਉਂਦੇ ਹਾਂ, ਤੇ ਉਹ ਕੀ ਬਣ ਜਾਂਦਾ ਸਾਡੇ ਕੋਲ, ਐਸੀਟਾਈਲ ਸੈਲੀਸਿਲਿਕ ਐਸਿਡ ਬਣ ਜਾਂਦਾ, ਜਿਹਨੂੰ ਅਸੀਂ ਐਸਪਰੀਨ ਕਹਿੰਦੇ ਹਾਂ। ਐਸਪਰੀਨ ਦਾ ਕੰਮ ਕੀ ਹੁੰਦਾ, ਐਨਾਲਜੈਸਿਕਸ ਦਾ ਕੰਮ ਕਰਦੀ ਹੈ, ਐਂਟੀਪਾਇਰੈਟਿਕ ਪ੍ਰੋਪਰਟੀ ਹੁੰਦੀ ਹੈ ਇਹਦੇ ਵਿੱਚ। ਨੈਕਸਟ ਜਿਹੜਾ ਰਿਐਕਸ਼ਨ ਹੈ ਉਹ ਬੜਾ ਇੰਪੋਰਟੈਂਟ ਹੈ। ਇਹ ਰਿਐਕਸ਼ਨ ਬੇਟਾ ਹੈ ਸਾਡੇ ਕੋਲ ਫਰਾਈਜ਼ ਰੀਅਰੇਂਜਮੈਂਟ ਰਿਐਕਸ਼ਨ। ਫਰਾਈਜ਼ ਰੀਅਰੇਂਜਮੈਂਟ ਆਫ ਫਿਨੋਲ ਇੱਕ ਨੇਮਿੰਗ ਰਿਐਕਸ਼ਨ ਹੈ। ਜਦੋਂ ਵੀ ਫਿਨਾਈਲ ਐਸੀਟੇਟ, ਜੋ ਕਿ ਅਸੀਂ ਉੱਪਰ ਬਣਾ ਕੇ ਆਏ ਹਾਂ ਫਿਨਾਈਲ ਐਸੀਟੇਟ, ਚਾਹੇ ਉਹ ਐਸੀਟਾਈਲ ਕਲੋਰਾਈਡ ਦੇ ਨਾਲ ਬਣਾਇਆ ਜਾਂ ਫਿਰ ਐਸੀਟਿਕ ਐਨਹਾਈਡਰਾਈਡ ਦੇ ਨਾਲ ਬਣਾਇਆ, ਫਿਨਾਈਲ ਐਸੀਟੇਟ ਨੂੰ ਜਦੋਂ ਵੀ ਅਸੀਂ ਰਿਐਕਟ ਕਰਵਾਉਂਦੇ ਹਾਂ ਐਨਹਾਈਡਰਸ ਐਲੂਮੀਨੀਅਮ ਕਲੋਰਾਈਡ ਦੇ ਨਾਲ, ਉਹ ਸਾਨੂੰ ਇੱਕ ਅਰੇਂਜਮੈਂਟ ਦਿੰਦਾ ਵੈ ਫਿਨੋਲਿਕ ਆਕਸੀਜਨ ਨੂੰ ਔਰਥੋ ਔਰ ਪੈਰਾ ਪੋਜੀਸ਼ਨ ਤੇ ਭੇਜ ਦਿੰਦਾ ਵੈ ਐਸੀਟਾਈਲ ਗਰੁੱਪ ਨੂੰ, ਔਰ ਇਸ ਰਿਐਕਸ਼ਨ ਨੂੰ ਅਸੀਂ ਕੀ ਕਹਿ ਦਿੰਦੇ, ਫਰਾਈਜ਼ ਰੀਅਰੇਂਜਮੈਂਟ। ਦੇਖੋ ਰਿਐਕਸ਼ਨ ਕੀ ਹੈ ਸਾਡੇ ਕੋਲ, ਫਿਨਾਈਲ ਐਸੀਟੇਟ ਨੂੰ ਰਿਐਕਟ ਕਰਵਾਇਆ ਐਲੂਮੀਨੀਅਮ ਕਲੋਰਾਈਡ ਦੇ ਨਾਲ, ਉਹਨੂੰ ਹੀਟ ਕੀਤਾ, ਸਾਡੇ ਕੋਲ ਔਰਥੋ ਹਾਈਡਰੋਕਸੀ ਐਸੀਟੋਫਿਨੋਨ ਆਏਗਾ ਔਰ ਪੈਰਾ ਹਾਈਡਰੋਕਸੀ ਐਸੀਟੋਫਿਨੋਨ ਆਏਗਾ। ਦਿਸ ਇਜ਼ ਵੈਰੀ ਇੰਪੋਰਟੈਂਟ ਨੇਮਿੰਗ ਰਿਐਕਸ਼ਨ, ਠੀਕ ਹੈ। ਇਸ ਰਿਐਕਸ਼ਨ ਨੂੰ ਯਾਦ ਦੇ ਨਾਲ ਕਰਨਾ ਹੈ। ਅਗਲਾ ਆ ਜਾਏਗਾ ਬੇਟਾ ਸਾਡੇ ਕੋਲ ਬੈਂਜ਼ੋਇਲੇਸ਼ਨ ਰਿਐਕਸ਼ਨ। ਫਿਨੋਲ ਨੂੰ ਰਿਐਕਟ ਕਰਵਾਉਂਦੇ ਹਾਂ ਅਸੀਂ ਪਹਿਲਾਂ ਬੈਂਜ਼ੋਇਲ ਕਲੋਰਾਈਡ ਦੇ ਨਾਲ ਇਨ ਦ ਪ੍ਰੈਜ਼ੈਂਸ ਆਫ ਦ ਐਕੁਅਸ NaOH, ਤੇ ਫਿਰ ਕੀ ਬਣਦਾ ਸਾਡੇ ਕੋਲ ਫਿਨੋਲ ਬੈਂਜ਼ੋਏਟ ਬਣ ਜਾਂਦਾ। ਹੁਣ ਫਿਨੋਲ ਨੂੰ ਬੈਂਜ਼ੋਇਲ ਕਲੋਰਾਈਡ ਦਾ ਫਾਰਮੂਲਾ ਹੈ C6H5COCl। ਹੁਣ ਇੱਥੋਂ HCl ਰਿਲੀਜ਼ ਕਰ ਦੋ, ਜਦੋਂ HCl ਇਹਦੇ ਵਿੱਚੋਂ ਨਿਕਲ ਗਿਆ ਕੰਪਾਊਂਡ ਚ, ਪਿੱਛੇ ਕੀ ਆ ਗਿਆ OCOCH3, ਪਿੱਛੇ ਅਸੀਂ ਕਿਹਨੂੰ ਐਡ ਕਰਵਾਉਂਦੇ ਸੀ, CH3CO ਗਰੁੱਪ ਨੂੰ ਐਡ ਕਰਵਾਉਂਦੇ ਸੀ, ਹੁਣ ਇੱਥੇ ਕਿਹਨੂੰ ਐਡ ਕਰਵਾਉਂਦੇ ਪਏ, C6H5CO ਨੂੰ ਐਡ ਕਰਵਾਉਂਦੇ ਪਏ। ਇਸ ਕਰਕੇ ਇਸ ਰਿਐਕਸ਼ਨ ਦਾ ਨਾਮ ਕੀ ਹੋ ਜਾਏਗਾ, ਬੈਂਜ਼ੋਇਲੇਸ਼ਨ, ਕਿਉਂਕਿ C6H5 ਅਸੀਂ ਐਡ ਕਰਵਾ ਰਹੇ ਹਾਂ। ਔਰ ਇਹ ਰਿਐਕਸ਼ਨ ਜਦੋਂ ਅਸੀਂ ਫਿਨੋਲ ਤੋਂ ਕਨਵਰਟ ਕਰਵਾਉਂਦੇ ਪਏ ਹਾਂ ਫਿਨਾਈਲ ਬੈਂਜ਼ੋਏਟ ਦੇ ਵਿੱਚ, ਬੈਂਜ਼ੋਇਲੇਸ਼ਨ ਕਰਵਾਉਂਦੇ ਪਏ ਹਾਂ, ਇਸ ਰਿਐਕਸ਼ਨ ਨੂੰ ਅਸੀਂ ਇੱਕ ਬੜੇ ਹੀ ਇੰਪੋਰਟੈਂਟ ਨੇਮਿੰਗ ਰਿਐਕਸ਼ਨ ਦੇ ਨਾਲ ਜਾਣਦੇ ਹਾਂ, ਵਿਚ ਇਜ਼ ਦ ਸ਼ੋਰਟਨ-ਬੌਮਨ ਰਿਐਕਸ਼ਨ, SCHOTTEN, ਸ਼ੋਰਟਨ-ਬੌਮਨ BAUMANN ਬੌਮਨ ਰਿਐਕਸ਼ਨ। ਅਗਲਾ ਬੇਟਾ ਹੈ ਸਾਡੇ ਕੋਲ 6th ਰਿਐਕਸ਼ਨ ਵਿਦ ਦ ਗ੍ਰਿਗਨਾਰਡ ਰੀਏਜੈਂਟ। ਐਲਕੋਹਲ ਦੀ ਤਰ੍ਹਾਂ ਫਿਨੋਲ ਵੀ ਗ੍ਰਿਗਨਾਰਡ ਰੀਏਜੈਂਟ ਦੇ ਨਾਲ ਰਿਐਕਟ ਕਰਕੇ ਕੀ ਦਿੰਦੇ ਨੇ ਸਾਨੂੰ, ਅਲਕੇਨਸ ਦਿੰਦੇ ਨੇ, ਹਾਈਡਰੋਕਾਰਬਨਸ ਦਿੰਦੇ ਨੇ, ਠੀਕ ਹੈ। ਸੋ ਇਹ ਬੇਟਾ ਸਾਡੇ ਕੋਲ ਫਸਟ ਕੈਮੀਕਲ ਪ੍ਰੋਪਰਟੀ ਸੀਗੀ ਫਿਨੋਲ ਦੀ, ਜਿਹਦੇ ਅੰਦਰ ਅਸੀਂ 6 ਰਿਐਕਸ਼ਨਸ ਡਿਸਕਸ ਕੀਤੇ। ਫਸਟ